सत श्री अकाल जी, मैं ਹਾਂ ਅਜੇ ਰਠੌਰ। ਤੁਸੀਂ ਵੇਖ ਰਹੇ ਹੋ AR ਨਿਊਜ਼ ਪੰਜਾਬ। ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਵਿਧਾਨ ਸਭਾ ਚੋਣਾਂ ਦਾ ਜਿਹੜਾ ਹੈ ਪੂਰਾ ਮਾਹੌਲ ਭਖ ਚੁੱਕਿਆ ਹੈ ਤੇ ਅਸੀਂ ਗੱਲ ਕਰ ਲਈਏ ਹਲਕਾ ਖਰੜ ਦੀ। ਹਲਕਾ ਖਰੜ ਦੇ ਵਿੱਚ ਅੱਜ ਜਿਹੜੇ ਨੇ ਇਸ ਵੇਲੇ ਰਣਜੀਤ ਸਿੰਘ ਗਿੱਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਸਾਂਝੇ ਉਮੀਦਵਾਰ ਨੇ, ਉਹ ਇੱਕ ਨੁੱਕੜ ਮੀਟਿੰਗ ਦੇ ਲਈ ਚਨਾਲੋਂ ਵਿੱਚ ਪਹੁੰਚੇ ਨੇ ਤੇ ਜੋ ਇੱਥੇ ਇਕੱਠ ਦਿਖਾਈ ਦੇ ਰਿਹਾ ਤੇ ਉਸ ਦੇ ਨਾਲ ਜਿਹੜੀ ਜਿਹੜਾ ਕਿ ਉਹਨਾਂ ਨੂੰ ਲੱਡੂਆਂ ਦੇ ਨਾਲ ਵੀ ਇੱਥੇ ਤੋਲਿਆ ਜਾਣਾ ਤੇ ਜਿਹੜੀ ਸਾਰੀ ਰਿਪੋਰਟ ਹੈ ਜੋ ਇੱਥੇ ਦੀਆਂ ਤਸਵੀਰਾਂ ਨੇ ਉਹ ਅਸੀਂ ਆਪ ਨਾਲ ਸਾਂਝੀਆਂ ਕਰਾਂਗੇ। ਜਦੋਂ ਵੋਟਾਂ ਦੇ ਟਾਈਮ ਹੈਗਾ ਇਹ ਵੀ ਮੈਂ ਡੋਰ ਟੂ ਡੋਰ ਕਰਨਾ ਹੈ, ਉਦੋਂ ਕਿੱਥੇ ਸੀ? ਸਾਡੇ ਹਲਕੇ ਦੇ ਵਿੱਚ ਉਦੋਂ ਵੀ ਇਹ ਆ ਸਕਦੇ ਸੀ ਕਿ ਇੰਨੀ ਦੇਰ ਪਹਿਲਾਂ ਉਹ ਇੱਥੇ ਵਿਚਰੇ ਹੀ ਨਹੀਂ ਹੈਗੇ ਤੇ ਹੁਣ ਵੀ ਇਹ ਜਿੱਦਾਂ ਕਿ ਅਨਮੋਲ ਗਗਨ ਮਾਨ ਇਹਨਾਂ ਨੇ ਮਾਨਸੇ ਤੋਂ ਲਿਆ ਕੇ ਇੱਥੇ ਸਾਡੇ ਵਿੱਚ ਖੜੀ ਕਰ ਦਿੱਤੀ ਕਿ ਕੇਜਰੀਵਾਲ ਸਰਕਾਰ ਨੂੰ ਇਹ ਨਹੀਂ ਲੱਗਿਆ ਵੀ ਇੱਥੇ ਕੋਈ ਸੂਝਵਾਨ ਬੰਦਾ ਨਹੀਂ ਹੈਗਾ ਤੇ ਉਹ ਇੱਕ ਅਨਮੈਰਿਡ ਕੁੜੀ ਹੈਗੀ। ਆਪਾਂ ਕਿੱਥੇ ਵਿਸ਼ਵਾਸ ਕਰ ਸਕਦੇ ਆ ਇਹਨਾਂ ਤੋਂ? ਮੈਂ ਸਾਰੇ ਭੈਣ ਭਰਾਵਾਂ ਦੇ ਅੱਗੇ ਅਰਦਾਸ ਕਰਦੀ ਹਾਂ ਵੀ ਇਸ ਝੂਠੀ ਪਾਰਟੀ ਤੋਂ ਬਾਹਰ ਨਿਕਲਿਆ ਉਹ ਕੁਝ ਨਹੀਂ ਹੈਗਾ। ਇਹਨਾਂ ਦੀ ਦੇਖੋ ਨੀਤੀ ਦੇਖੋ, ਆਮ ਆਦਮੀ ਪਾਰਟੀ ਤੋਂ ਸਟਾਰਟ ਕੀਤੀ ਸੀ। ਤੁਸੀਂ ਕਿਹੜਾ ਚਿਹਰਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਦੇਖਦੇ ਹੋ? ਇਹਨਾਂ ਨੇ ਅਕਾਲੀ ਵਾਲੇ ਵੀ ਲਿੱਤੇ ਹੈ ਤੇ ਕਾਂਗਰਸ ਵਾਲੇ ਵੀ ਲਿੱਤੇ ਹੈ। ਤੁਸੀਂ ਇਹ ਦੇਖੋ, ਇੱਕ ਤਾਂ ਇਹ ਆਮ ਆਦਮੀ ਤੇ ਦੂਜੀ ਸਰਕਾਰਾਂ ਨੂੰ ਇਹ ਕਹਿੰਦੇ ਕਿ ਕਰਪਸ਼ਨ ਕਰਦੇ ਆ, ਭ੍ਰਿਸ਼ਟਾਚਾਰ ਆਪਣੇ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਤੇ ਫਿਰ ਦੂਜੀ ਪਾਰਟੀ ਤੇ ਜਦੋਂ ਇਹ ਕੈਂਡੀਡੇਟ ਲੈਂਦੇ ਆ ਉਸ ਟਾਈਮ ਤੇ ਇਹ ਚੀਜ਼ਾਂ ਨਹੀਂ ਸੋਚਦੇ। ਆਪਾਂ ਨੂੰ ਵੀਰੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਸੋਚ ਨਾਲ ਧਿਆਨ ਦੇਣਾ ਹੈਗਾ। ਪਹਿਲਾਂ ਦੇਖੋ ਸਾਡੇ ਕਿਸਾਨਾਂ ਨਾਲ ਆਪਣੇ ਪੰਜਾਬ ਦੇ ਵਿੱਚ ਕੀ ਤਰਾਸਦੀ ਆਈ ਸੀ ਵੀ ਅਸੀਂ ਉੱਥੇ ਬਾਰਡਰਾਂ ਤੇ ਜਾ ਕੇ ਬੈਠੇ ਤੇ ਹੁਣ ਜਦੋਂ ਸਾਨੂੰ ਇੱਥੇ ਲੋੜ ਪੈਣੀ ਹੈ ਤੇ ਅਸੀਂ ਕਿਹਨੂੰ ਜਾ ਕੇ ਫੜਾਂਗੇ? ਇੱਕ ਤੁਸੀਂ ਇਹ ਚੀਜ਼ ਦੇਖੋ, ਇਹ ਆਮ ਆਦਮੀ ਪਾਰਟੀ ਤੋਂ ਖਾਸ ਆਦਮੀ ਕਿਵੇਂ ਬਣ ਰਹੀ ਹੈ ਤੇ ਇਹਨਾਂ ਨੇ ਹਜ਼ਾਰ ਰੁਪਏ ਦੀ ਗਰੰਟੀਆਂ ਜਿਹੜੀਆਂ ਦਿੱਤੀਆਂ ਨੇ, ਇਹ ਝੂਠੇ ਵਾਅਦੇ ਸਾਨੂੰ ਪਾਗਲ ਬਣਾਇਆ ਜਾ ਰਿਹਾ ਹੈ। ਤੁਸੀਂ ਪਲੀਜ਼ ਮੇਰੀ ਤੁਹਾਡੇ ਅੱਗੇ ਬੇਨਤੀ ਹੈ, ਮੈਂ 2017 ਦੇ ਵਿੱਚ ਜੁੜੀ ਹੋਈ ਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਦੇਖ ਲਓ ਕਿੰਨੇ ਪੰਗੇ ਹੋ ਰਹੇ ਹੈ। ਤੁਸੀਂ ਦੇਖ ਲਓ ਪੈਸੇ ਕਿੱਦਾਂ ਚੱਲ ਰਹੇ ਹੈ। ਇਹਨਾਂ ਨੇ ਆਪਣੇ ਘਰ ਭਰ ਲਿੱਤੇ ਉੱਥੇ। ਸਾਡੇ ਅਸੀਂ ਬਹੁਤ ਭੋਲੇ ਆ ਪੰਜਾਬ ਦੇ ਵਿੱਚ ਤੇ ਸਾਡਾ ਚੰਗਾ ਬੇਵਕੂਫ ਬਣਾਇਆ ਜਾ ਰਿਹਾ ਹੈ। ਮੈਂ ਸਭ ਦੇ ਅੱਗੇ ਬੇਨਤੀ ਕਰਦੀ ਹਾਂ ਵੀ ਆਪਾਂ ਨੇ ਬੇਵਕੂਫ ਨਹੀਂ ਬਣਨਾ ਹੈਗਾ। ਆਪਣੇ ਪੰਜਾਬ ਨੂੰ ਅਸੀਂ ਸਾਡੇ ਇੱਥੇ ਭੈਣ ਭਰਾਵਾਂ ਨੂੰ ਕੋਈ ਵੀ ਦੁੱਖ ਤਕਲੀਫ ਹੈਗੀ ਤਾਂ ਅਸੀਂ ਇਕੱਠੇ ਹੋ ਸਕਦੇ ਹਾਂ, ਪਰ ਅਸੀਂ ਦਿੱਲੀਆਂ 'ਚ ਜਾ ਕੇ ਇਕੱਠੇ ਨਹੀਂ ਹੋਣਾ। ਮੇਰੇ ਤੁਹਾਡੇ ਅੱਗੇ ਬੇਨਤੀ ਹੈ, ਅਸੀਂ ਇੱਥੇ ਇਹ ਚੀਜ਼ਾਂ ਨਹੀਂ ਚੱਲਣ ਦੇਣੀਆਂ। ਮੈਂ ਹੁਣ ਇਹਨਾਂ ਦਾ ਇਹ ਦੇਖ ਲਓ ਜਿਹੜੇ ਹਜ਼ਾਰ ਕਿਵੇਂ ਕਾਂਗਰਸ ਨੇ ਝੂਠੇ ਲਾਰੇ ਲਾ ਕੇ ਵਾਅਦੇ ਕਰਕੇ ਭਾਵੇਂ ਘਰ ਨੌਕਰੀ ਦੇ ਸੀ, ਕਿੰਨੀ ਲੰਬੀ ਲਿਸਟ ਆ ਤੁਸੀਂ ਸਾਰੇ ਜਾਣਦੇ ਆ ਤੇ ਸਹੁੰ ਖਾਧੀ ਗਈ ਗੁਟਕਾ ਸਾਹਿਬ ਦੀ ਤਾਂ ਕਿ ਲੋਕਾਂ ਨੂੰ ਭਰੋਸਾ ਹੋ ਜਾਵੇ ਤੇ ਲੋਕਾਂ ਨੇ ਭਰੋਸਾ ਕੀਤਾ ਕਿਉਂਕਿ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ। ਆਪਾਂ ਰੱਬ 'ਚ ਵਿਸ਼ਵਾਸ ਕਰਨ ਵਾਲੇ ਲੋਕ ਹੈ। ਜੇ ਕੋਈ ਪਿੰਡ 'ਚ ਵੀ ਸਹੁੰ ਖਾਂਦਾ ਆਪਾਂ ਵਿਸ਼ਵਾਸ ਕਰਦੇ ਸੱਚਾ। ਸੋ ਲੋਕਾਂ ਨੇ ਵਿਸ਼ਵਾਸ ਕੀਤਾ, ਕੈਪਟਨ ਸਾਹਿਬ ਦੀ ਸਰਕਾਰ ਬਣਾਤੀ, ਲੇਕਿਨ ਨਿਕਲਿਆ ਸਭ ਕੁਝ ਝੂਠ। ਪਰ ਸਾਡੇ ਬਜ਼ੁਰਗ ਕਹਿੰਦੇ ਨੇ ਵੀ ਪਰਮਾਤਮਾ ਦੇ ਘਰ 'ਚ ਵੀ ਦੇਰ ਆ ਹਨੇਰ ਨਹੀਂ ਤੇ ਉਹ ਸਮਾਂ ਆਇਆ ਜਦੋਂ ਕੈਪਟਨ ਸਾਹਿਬ ਨੂੰ ਆਪਣੇ ਮੂੰਹੋਂ ਕਹਿਣਾ ਪਿਆ ਕਿ ਮੈਨੂੰ ਜਲੀਲ ਕਰਕੇ ਕੱਢਿਆ ਗਿਆ। ਸੋ ਮੈਂ ਸਮਝਦਾ ਝੂਠੀ ਸਹੁੰ ਦਾ ਨਤੀਜਾ ਮਿਲਿਆ। ਸੋ ਕਾਂਗਰਸ ਦੀ ਤਾਂ ਮੈਂ ਕਿਆ ਗੱਲ ਕਰਾਂ ਕਿਉਂਕਿ ਕਾਂਗਰਸ ਦਾ ਹੁਣ ਸਦਾ ਲਈ ਭੋਗ ਪੈ ਗਿਆ ਤੁਹਾਡੇ ਸਾਹਮਣੇ। ਜੋ ਆਉਣਾ ਆ 5-7 ਦਿਨ 'ਚ ਤੁਸੀਂ ਹੈਰਾਨ ਹੋ ਜਾਓਗੇ ਵੀ ਹੋਇਆ ਹੋ ਕੀ ਕੀਤਾ ਕੀ ਹੈ ਇਹਨਾਂ ਨੇ। ਸੋ ਜੇ ਕਹਿ ਕੇ ਗਿਆ ਤੇ ਬੀਬੀ ਜਸਵੀਰ ਕੌਰ ਨੇ ਵੀ ਦੱਸਿਆ, ਬਿਲਕੁਲ ਸਹੀ ਗੱਲ ਹੈ। ਇਹ ਦੋ ਮੁਖੌਟੇ ਨੇ ਪਰ 5 ਮਿੰਟ ਲੈਣੇ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਕਿਵੇਂ ਇਹ ਆ ਕੇ ਕਹਿੰਦੇ ਨੇ ਵੀ ਇੱਕ ਮੌਕਾ ਸਾਨੂੰ ਦਿਓ। ਹਲਕਾ ਖਰੜ ਆਪਾਂ ਕਹਿ ਸਕਦੇ ਵੀ ਅਸੀਂ ਤਾਂ ਮੌਕਾ ਤੁਹਾਨੂੰ ਦੇ ਦਿੱਤਾ ਸੀ। ਸਾਡੇ ਹਲਕਾ ਖਰੜ ਨੇ ਤੁਹਾਡਾ MLA ਜਿਤਾ ਕੇ ਭੇਜਤਾ ਸੀ। ਤੁਹਾਡੀ ਸਰਕਾਰ ਨਹੀਂ ਬਣੀ, ਤੁਸੀਂ ਸਾਨੂੰ ਗਰੰਟਾਂ ਨਹੀਂ ਸੀ ਦੇ ਸਕਦੇ, ਪਰ ਲੋਕਾਂ ਦੇ ਦੁੱਖ ਦੇ ਸੁੱਖ ਦੇ ਤਾਂ ਖੜ ਸਕਦੇ ਸੀ। ਕਿਸੇ ਦੀ ਖੁਸ਼ੀ ਕਿਸੇ ਦੀ ਗਮੀ 'ਚ ਆ ਸਕਦੇ ਸੀ।
ਲੇਕਿਨ ਤੁਸੀਂ ਵੋਟਾਂ ਦੇ ਕੇ ਮੁੜ ਕੇ ਮੂੰਹ ਨਹੀਂ ਦਿਖਾਇਆ। ਦੂਸਰਾ, ਤੁਸੀਂ ਕਹਿੰਦੇ ਪੰਜਾਬ ਦੀ ਚਾਬੀ ਇੱਕ ਵਾਰੀ ਸਾਨੂੰ ਦੇ ਕੇ ਦੇਖੋ। ਤੁਸੀਂ 70 ਸਾਲ ਹੋ ਗਏ ਅਕਾਲੀ ਕਾਂਗਰਸੀ ਕਰੀ ਜਾਂਦੇ। ਅਸੀਂ ਪੁੱਛ ਸਕਦੇ ਹਾਂ ਵੀ ਜਿਹੜੀ ਤੁਸੀਂ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਨਿਭਾ ਸਕੇ ਤੇ ਅਸੀਂ ਕਿਵੇਂ ਪੰਜਾਬ ਦੀ ਚਾਬੀ ਦੇ ਦਈਏ? 20 ਦੇ ਵਿੱਚੋਂ 11 ਐਮਐਲਏ ਭੱਜ ਗਏ ਹੋਰ ਪਾਰਟੀਆਂ, 4 ਐਮਪੀਆਂ ਜੋ ਕੱਲਾ ਭਗਵੰਤ ਮਾਨ ਰਹਿ ਗਿਆ, 3 ਉਹ ਚਲੇ ਗਏ। ਤਾਜ਼ਾ ਚੰਡੀਗੜ੍ਹ ਹੁਣ ਇਲੈਕਸ਼ਨ ਹੋਈ ਐਮਸੀ ਦੀ, ਇੱਕ ਐਮਸੀ ਨੇ ਕ੍ਰਾਸ ਵੋਟਿੰਗ ਕਰਤੀ, ਇੱਕ ਨੇ ਸਿੱਧੀ ਉਹ ਪਾਰਟੀ। ਸੋ ਅਸੀਂ ਪਹਿਲਾਂ 5 ਸਾਲ ਧੱਕੇ ਖਾਦੇ ਤੇ 5 ਸਾਲ ਫੇਰ ਖਾਈਏ। ਗੱਲ 5 ਸਾਲ ਦੀ ਨਹੀਂ ਹੁੰਦੀ। ਜੇ ਕੋਈ ਨਲਾਇਕ ਸਰਕਾਰ 5 ਸਾਲ ਡਿਵੈਲਪਮੈਂਟ ਨਾ ਕਰੇ ਸਟੇਟ ਦੀ, ਸਟੇਟ 20 ਸਾਲ ਪਿੱਛੇ ਜਾਂਦਾ ਹੈ। ਸੋ ਮੈਂ ਤਾਂ ਹੀ ਕਿਹਾ ਮਤਦਾਨ ਹੈ, ਆਪਣੀ ਮਤ ਦਾ ਅਕਲ ਦਾ ਦਾਨ ਕਰਨਾ, ਨਾ ਕਿ ਇਮੋਸ਼ਨਲ ਹੋ ਕੇ ਵੋਟਾਂ ਪਾਉਣੀਆਂ। ਆਦਮੀ ਪਾਰਟੀ ਕਹਿੰਦੀ ਹੈ ਇਹਨਾਂ ਦੇ ਦੋ ਚਿਹਰੇ ਨੇ, ਪੰਜਾਬ 'ਚ ਕੁਝ ਕਹਿੰਦੇ ਨੇ ਤੇ ਦਿੱਲੀ ਜਾ ਕੇ ਕੁਝ ਕਹਿੰਦੇ ਨੇ। ਉਰੇ ਕਹਿੰਦੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਾਂਗੇ, ਦਿੱਲੀ ਜਾਂਦੇ ਸਟੇਟਮੈਂਟ ਦਿੰਦੇ ਵੀ ਸਰਕਾਰ ਬਣ ਜਾਂਦੋ ਪੰਜਾਬ ਤੋਂ ਪਾਣੀ ਲੈ ਕੇ ਆਵਾਂਗੇ। ਉਰੇ ਕਹਿੰਦੇ 24 ਘੰਟੇ ਬਿਜਲੀ ਦੇਵਾਂਗੇ, ਦਿੱਲੀ ਸੁਪਰੀਮ ਕੋਰਟ 'ਚ ਐਫੀਡੈਵਿਟ ਲਾਇਆ, ਔਨ ਰਿਕਾਰਡ ਹੈ ਕਿ ਪੰਜਾਬ ਦੇ ਥਰਮਲ ਬੰਦ ਕਰਾਓ, ਪੋਲੂਸ਼ਨ ਸਾਡੇ ਦਿੱਲੀ ਨੂੰ ਆਉਂਦਾ। ਪਰਾਲੀ ਦਾ ਕਿਸਾਨਾਂ ਦਾ ਪੋਲੂਸ਼ਨ ਦੀ ਗੱਲ ਕੀਤੀ, ਸਾਡੇ ਦਿੱਲੀ ਤੋਂ ਆਉਂਦਾ, ਇਹਨਾਂ ਦਾ ਉੱਥੇ ਬੰਦ ਕਰਾਓ, ਪਰਚੇ ਲਓ, ਜੋ ਮਰਜ਼ੀ ਕਰੋ। ਸੋ ਇਹਨਾਂ ਦਾ ਕੋਰਟ ਦੇ ਵਿੱਚ ਐਫੀਡੈਵਿਟ ਲੱਗਿਆ ਵਾ ਜਿਹੜਾ ਇਹਨਾਂ ਦਾ। ਸੋ ਕਿਉਂਕਿ ਇਹਨਾਂ ਨੇ ਪੰਜਾਬ ਆ ਕੇ ਪੰਜਾਬ ਦੀ ਗੱਲ ਕਰਦੇ ਨੇ ਤੇ ਦਿੱਲੀ ਜਾ ਕੇ ਦਿੱਲੀ ਦੀ ਗੱਲ ਕਰਦੇ ਨੇ, ਕਿਉਂਕਿ ਇਹਨਾਂ ਉੱਥੇ ਵੀ ਵੋਟਾਂ ਲੈਣੀਆਂ। ਸੋ ਇੱਕ ਮੇਰੇ ਨੌਜਵਾਨ ਵੀਰ ਬੈਠੇ ਆ ਜੋ ਇੱਕ ਗੱਲ ਕਹਿੰਦੇ ਨੇ ਵੀ ਅਸੀਂ ਦਿੱਲੀ ਮਾਡਲ ਲਾਗੂ ਕਰਾਂਗੇ, ਹਰ ਜਗ੍ਹਾ ਕਹਿੰਦੇ ਵੀ ਅਸੀਂ ਦਿੱਲੀ ਮਾਡਲ ਲਾਗੂ ਕਰਾਂਗੇ। ਭਰਾਵੋ, ਮਾਡਲ ਦਾ ਤਾਂ ਵੀ ਉਦੋਂ ਪਤਾ ਲੱਗਦਾ ਜਦ ਉਹਦੀ ਲੋੜ ਪੈਂਦੀ ਹੈ ਵੀ ਕਾਮਯਾਬ ਆ ਕਿ ਫੇਲ ਹੈ। ਦਿੱਲੀ ਦੀ ਆਬਾਦੀ 2 ਕਰੋੜ ਹੈ, ਪੰਜਾਬ ਦੀ ਆਬਾਦੀ 3 ਕਰੋੜ ਹੈ। ਇੱਕ ਬਹੁਤ ਪ੍ਰਚਾਰ ਕਰਦੇ ਨੇ ਆਪਣੇ ਮੁਹੱਲਾ ਕਲੀਨਿਕਾਂ ਦਾ, ਬਈ ਸਾਡੇ ਇੰਨੇ ਵਧੀਆ ਮੁਹੱਲਾ ਕਲੀਨਿਕ ਨੇ ਵੀ ਅਮਰੀਕਾ ਦੇ ਰਾਸ਼ਟਰਪਤੀ ਦੀ ਘਰ ਵਾਲੀ ਵੀ ਦੇਖਣ ਆਈ, ਸਾਡੇ ਸਕੂਲ ਦੇਖਣ ਆਈ। ਮੈਂ ਇੱਕ ਉਦਾਹਰਨ ਦਿੰਦਾ, ਜਦੋਂ ਮਾੜਾ ਸਮਾਂ ਆਇਆ ਕਰੋਨਾ ਦਾ ਤਾਂ ਦਿੱਲੀ ਦੀਆਂ ਸੜਕਾਂ ਤੇ ਲੋਕਾਂ ਨੇ ਤੜਫ ਕੇ ਦਮ ਤੋੜਿਆ, ਨਾ ਆਕਸੀਜਨ ਮਿਲੀ, ਨਾ ਉਹਨਾਂ ਨੂੰ ਬੈੱਡ ਮਿਲੇ। ਕਿੰਨੀਆਂ ਵੀਡੀਓਜ਼ ਪਈਆਂ ਨੇ ਆਪਣੇ ਸੋਸ਼ਲ ਮੀਡੀਆ ਤੇ। ਇਹਨਾਂ ਦਾ ਇੱਕ ਐਮਐਲਏ ਜਰਨੈਲ ਸਿੰਘ, ਮੌਜੂਦਾ ਐਮਐਲਏ, ਹੱਥ ਜੋੜ ਕੇ ਬੇਨਤੀ ਕਰਦਾ ਰਿਹਾ, ਉਹਦੀ ਵੀਡੀਓ ਪਈ ਹੈ ਸੋਸ਼ਲ ਮੀਡੀਆ ਤੇ ਵੀ ਕੇਜਰੀਵਾਲ ਸਾਹਿਬ ਮੈਨੂੰ 1 ਸਿਲੰਡਰ ਮੁਹੱਈਆ ਕਰਾ ਦਿਓ, ਮੈਂ ਮਰ ਜਾਣਾ। ਨਹੀਂ ਮਿਲਿਆ, ਉਹ ਮਰ ਗਿਆ। ਸੋ ਦੂਸਰਾ, ਪੰਜਾਬ ਦੇ ਵਿੱਚ ਇੱਕ ਵੀ ਬੰਦਾ ਦਿਖਾ ਦਿਓ ਜੇ ਕੋਈ ਸੜਕ ਤੇ ਤੜਫ ਕੇ ਮਰਿਆ ਹੋਵੇ ਕਰੋਨਾ ਦੇ ਸਮੇਂ 'ਚ। ਸੋ ਮਾਡਲ ਸਾਡਾ ਵਧੀਆ ਕਿ ਦਿੱਲੀ ਵਾਲਿਆਂ ਦਾ? ਲੋਕੋ ਇਹਨਾਂ ਦੀਆਂ ਗੱਲਾਂ 'ਚ ਭਰਾਵੋ ਨਹੀਂ ਆਉਣਾ ਆਪਾਂ ਨੇ। ਜਦੋਂ ਮਾੜਾ ਉੱਥੇ ਕਰਾਇਆ ਲੈ ਇੱਕ ਮਰੀਜ਼ ਦਾ ਪੰਜਾਬ ਨੂੰ ਲਿਆਉਣ ਨੂੰ। ਸੋ ਆਪਾਂ ਹੋਰ ਬੜੀਆਂ ਉਦਾਹਰਨਾਂ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਮੈਂ ਇੱਕ ਉਦਾਹਰਨ ਦੱਸੀ ਹੈ ਵੀ ਇਹਨਾਂ ਦੀਆਂ ਗੱਲਾਂ 'ਚ ਨਾ ਆਈਏ। ਸਾਡੇ ਬਜ਼ੁਰਗ ਕਹਿੰਦੇ ਨੇ ਵੀ ਕਈ ਬੰਦੇ ਗੱਲਾਂ ਦਾ ਕੜਾਹ ਬਣਾ ਦਿੰਦੇ ਨੇ। ਸੋ ਇਹ ਆਮ ਆਦਮੀ ਪਾਰਟੀ ਹੈ, ਆਪਾਂ ਨਹੀਂ ਉਹ ਕਰਨਾ। ਦੂਸਰਾ, ਇੱਕ ਇਹ ਗੱਲ ਕਹਿੰਦੇ ਨੇ ਵੀ 5 ਸਾਲ ਦੇ ਦਿਓ, ਵੀ ਪਤਾ ਨਹੀਂ ਅਸੀਂ ਪੰਜਾਬ ਨੂੰ ਅਮਰੀਕਾ ਹੀ ਬਣਾ ਦਾਂਗੇ। ਕਿੰਨੀ ਵੱਡੀ ਗੱਲ ਹੈ। ਕੇਜਰੀਵਾਲ ਸਾਹਿਬ ਕਹਿੰਦੇ ਵੀ ਸਾਰੇ ਬੱਚੇ ਵਾਪਸ ਜਾਣਗੇ ਕੈਨੇਡਾ ਦੇ। ਕਿਆ ਤੁਹਾਡਾ ਦਿਲ ਮੰਨਦਾ? ਜਿਹੜੀ ਪਾਰਟੀ, ਜਿਵੇਂ ਸਾਡੀ ਬੀਬੀ ਜਸਵੀਰ ਕੌਰ ਦੱਸ ਕੇ ਗਈ ਹੈ, ਜਿਹੜੀ ਪਾਰਟੀ ਅਸੀਂ ਸੋਚਦੇ ਵੀ ਸ਼ਾਇਦ ਇਹ ਪਤਾ ਨਹੀਂ ਨਵਾਂ ਕਿਆ ਕਰ ਦੇਣਗੇ। ਜਿਹੜੀ ਪਾਰਟੀ 35 ਕੈਂਡੀਡੇਟ ਉਹ ਇਲੈਕਸ਼ਨ ਲੜ ਰਹੇ ਹਨ, ਜਿਹੜੇ ਅਕਾਲੀਆਂ ਤੇ ਕਾਂਗਰਸ ਨੇ ਕੱਢੇ ਹੋਏ, ਜਿਹਨਾਂ ਨੂੰ ਟਿਕਟ ਨਹੀਂ ਦਿੱਤੀ, ਉਹ ਇਹਨਾਂ ਦੀ ਇਲੈਕਸ਼ਨ ਲੜ ਰਹੇ ਹਨ। ਹੁਣ ਮੈਂ ਜੋ ਮੇਰੀ ਸੋਚ ਹੈ, ਅੱਜ ਮੈਂ ਅਕਾਲੀ ਹਾਂ, ਕੱਲ ਮੈਂ ਕਾਂਗਰਸੀ ਹੋ ਜਾਵਾਂ, ਕਿਆ ਮੇਰੀ ਸੋਚ ਬਦਲ ਜੂ? ਮੈਂ ਆਮ ਆਦਮੀ ਹੋ ਜਾਵਾਂ, ਮੇਰੀ ਸੋਚ ਬਦਲ ਜੂ? ਨਹੀਂ ਬਦਲਣੀ। ਜੋ ਮੈਂ ਹੈਗਾ ਉਹੀ ਰਹੂੰਗਾ। 35 ਉਹ ਬੰਦੇ ਨੇ ਜਿਹੜੇ ਅਕਾਲੀਆਂ ਦੇ ਔਰ ਕਾਂਗਰਸ ਨੇ ਟਿਕਟ ਨਹੀਂ ਦਿੱਤੀ। ਕਿਸੇ ਤੇ ਕੋਈ ਦੋਸ਼ ਹੈ, ਕਿਸੇ ਤੇ ਕੋਈ ਵੀ ਤੁਹਾਨੂੰ ਟਿਕਟ ਨਹੀਂ ਦੇਣੀ। ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ। ਸੋ ਭਰਾਵੋ, ਆਮ ਨੂੰ ਕੁਝ ਨਹੀਂ, ਸਭ ਕੁਝ ਖਾਸ ਹੈ। ਆਪਾਂ ਗੱਲਾਂ ਚ ਨਾ ਜੀਏ। ਹੋਰ ਬੜੀਆਂ गागा जी, शेट्टी जी, जिस तरह हर खिलाफ श्रोमणी अकाली दल ਦੀਆਂ ਨੀਤੀਆਂ ਨੂੰ ਪ੍ਰਭਾਵਿਤ ਹੋ ਕੇ श्रोमणी अकाली दल ਵਿੱਚ
ਸਾਹਿਬ ਖੁਸ਼ੀ ਦਾ ਮਾਹੌਲ ਹੈ। ਸਰਦਾਰ ਰਣਜੀਤ ਸਿੰਘ ਗਿੱਲ ਸਰਦਾਰ ਰਣਜੀਤ ਸਿੰਘ ਗਿੱਲ, ਸਰਦਾਰ ਰਣਜੀਤ ਸਿੰਘ ਗਿੱਲ। ਸਭਾ ਚੋਣਾਂ ਦਾ ਜਿਹੜਾ ਮਾਹੌਲ ਹੈ ਹਲਕਾ ਖਰੜ ਦੇ ਵਿੱਚ ਭਖਦਾ ਪੂਰਾ ਨਜ਼ਰ ਆ ਰਿਹਾ ਤੇ ਅਸੀਂ ਗੱਲ ਕਰ ਲਈਏ ਪਿੰਡ ਚਨਾਲੋਂ ਦੀ, ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਸਾਂਝੇ ਉਮੀਦਵਾਰ ਪਹੁੰਚੇ ਸਨ। ਉਹਨਾਂ ਨੇ ਜਨਤਾ ਨੂੰ ਸੰਬੋਧਨ ਕੀਤਾ ਤੇ ਜਿਹੜੇ ਅਕਾਲੀ ਦਲ ਔਰ ਬਸਪਾ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਲੱਡੂਆਂ ਦੇ ਨਾਲ ਰਣਜੀਤ ਸਿੰਘ ਗਿੱਲ ਨੂੰ ਤੋਲਿਆ ਤੇ ਰਣਜੀਤ ਸਿੰਘ ਗਿੱਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਔਰ ਬਸਪਾ ਦੇ ਸਾਂਝੇ ਉਮੀਦਵਾਰ ਨੇ, ਉਹਨਾਂ ਨੇ ਸੰਬੋਧਨ ਦੌਰਾਨ ਜਿੱਥੇ ਅਪੀਲ ਕੀਤੀ ਵੋਟ ਪਾਉਣ ਦੀ ਜਨਤਾ ਨੂੰ, ਉਸ ਦੇ ਨਾਲ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਵਰਦੇ ਨਜ਼ਰ ਆਏ। ਅਜੇ ਰਠੌਰ, AR ਨਿਊਜ਼ ਪੰਜਾਬ।